ਹੈਲੋ, ਸਤਿ ਸ਼੍ਰੀ ਅਕਾਲ, ਨਮਸਕਾਰ। ਅਸੀਂ ਕੈਮਿਸਟਰੀ ਦੇ ਯੂਨਿਟ 1 ਦੇ ਵਿੱਚ ਪਰਸੈਂਟੇਜ ਕੰਪੋਜੀਸ਼ਨ ਦੇ ਬਾਰੇ ਗੱਲ ਕਰਾਂਗੇ। ਪਰਸੈਂਟੇਜ ਕੰਪੋਜੀਸ਼ਨ ਮਤਲਬ ਜੇ 100 ਹੋਵੇ ਤਾਂ ਉਹਦੇ 'ਚੋਂ ਕਿੰਨਾ ਕਿੰਨਾ ਹਿੱਸਾ ਅਲੱਗ-ਅਲੱਗ ਚੀਜ਼ਾਂ ਦਾ ਹੋਊਗਾ, ਉਹਦੇ ਜਿਹੜੇ ਕੌਂਸਟੀਟਿਊਐਂਟ ਹੋਣਗੇ ਉਹ ਕਿੰਨੇ ਕਿੰਨੇ ਆਪਣਾ ਹਿੱਸਾ ਪਾਉਣਗੇ। ਇਹ ਤੋਂ ਪਹਿਲਾਂ ਕਿ ਆਪਾਂ ਕੈਮਿਸਟਰੀ ਵਾਲੇ ਚੈਪਟਰ 'ਤੇ ਕੈਮਿਸਟਰੀ ਦੀ ਪ੍ਰੋਬਲਮ 'ਤੇ ਆਈਏ, ਅਸੀਂ ਇੱਕ ਸਿੰਪਲ ਐਗਜ਼ਾਮਪਲ ਕੰਸੀਡਰ ਕਰਦੇ ਹਾਂ ਜਿਹਦੇ ਵਿੱਚ 3 ਦੋਸਤ ਕਿਤੇ ਘੁੰਮਣ ਜਾਣ ਦਾ ਕੋਈ ਪ੍ਰੋਗਰਾਮ ਬਣਾਉਂਦੇ ਆ ਅਤੇ ਉਹਨਾਂ ਕੋਲ ਰਲ ਕੇ ਉਹ ਪੈਸੇ ਇਕੱਠੇ ਕਰਦੇ ਆ। ਅਤੇ ਮੰਨ ਲਓ ਕਿ ਆਪਾਂ ਦੇਖਦੇ ਹਾਂ ਕਿ ਮੰਨ ਲਓ ਉਹ ਕਹਿੰਦੇ ਫਰੈਂਡ 1 ਜਿਹੜਾ ਹੈਗਾ ਉਹਦੇ ਕੋਲ ਇੰਨੇ ਰੁਪਏ ਸੀ, 435 ਰੁਪਏ, ਫਰੈਂਡ 2 340 ਰੁਪਏ ਅਤੇ ਫਰੈਂਡ 3 ਕੋਲ 527 ਰੁਪਏ ਹੈਗੇ ਆ, ਅਤੇ ਟੋਟਲ ਉਹਨਾਂ ਕੋਲ 1302 ਰੁਪਏ ਇਕੱਠੇ ਹੋਏ। ਅਤੇ ਹੁਣ ਆਪਾਂ ਜੇ ਹਿਸਾਬ ਲਾਉਣਾ ਹੋਵੇ ਵੀ ਕਿੰਨੀ ਕਿੰਨੀ ਪਰਸੈਂਟ ਹਿੱਸਾ ਪਹਿਲੇ ਦੋਸਤ, ਦੂਜੇ ਦੋਸਤ, ਤੀਜੇ ਦੋਸਤ ਦਾ ਪ੍ਰਤੀਸ਼ਤ ਹਿੱਸਾ ਕਿੰਨਾ, ਮਤਲਬ ਜੇ ਉਹ 100 ਰੁਪਈਆ ਇਕੱਠਾ ਕਰਦੇ ਤਾਂ ਫਿਰ ਉਹ ਕਿੰਨੇ ਕਿੰਨੇ ਪੈਸੇ ਪਾਉਂਦੇ। ਸੋ ਉਹਦੇ ਲਈ ਵੀ ਕਿਉਂਕਿ ਟੋਟਲ ਸਾਨੂੰ ਪਤਾ ਕਿ 1302 ਆ, ਫਿਰ ਅਸੀਂ ਪਰਸੈਂਟੇਜ ਦੇ ਵਿੱਚ ਇਹਨੂੰ ਕਨਵਰਟ ਕਰਨ ਲਈ ਕੀ ਕਰਾਂਗੇ, ਅਸੀਂ 1302 ਨੂੰ 100 ਦੇ ਇਕੁਵਲੈਂਟ ਮੰਨ ਲਵਾਂਗੇ ਕਿ 1302 ਰੁਪਏ ਜਿਹੜੇ ਸੱਚੀ ਮੁੱਚੀ ਇਕੱਠੇ ਹੋਏ ਉਹ ਅਸਲ ਵਿੱਚ 100 ਰੁਪਏ ਦੇ ਬਰਾਬਰ ਆ ਮੰਨ ਲਓ। ਤਾਂ ਫਿਰ ਇੱਥੋਂ ਯੂਨਿਟਰੀ ਮੈਥਡ ਫਿਰ ਸ਼ੁਰੂ ਹੋ ਗਿਆ। ਫਿਰ ਇੱਕ ਦਾ ਕੀ ਮਤਲਬ ਹੋਊਗਾ, ਇੱਕ ਦਾ ਮਤਲਬ 100/1302 ਹੋਊਗਾ। ਇਹਦਾ ਮਤਲਬ ਪਹਿਲਾ ਦੋਸਤ ਜਿਹਦੇ ਕੋਲ 435 ਰੁਪਏ ਆ, ਜਿਹੜੇ 1302 ਦੇ ਵਿੱਚੋਂ 435 ਰੁਪਏ ਹਿੱਸਾ ਪਾਇਆ, ਤਾਂ ਉਹਨੇ ਫਿਰ 100 ਚੋਂ ਕਿੰਨਾ ਹਿੱਸਾ ਪਾਇਆ ਹੋਣਾ। ਸੋ 100/1302 ਮਲਟੀਪਲਾਈਡ ਬਾਏ 435, ਅਤੇ ਇਹਨੂੰ ਡਿਵਾਈਡ ਕਰ ਸਕਦੇ ਆਪਾਂ, ਕੈਲਕੂਲੇਟਰ ਦਾ ਯੂਜ਼ ਕਰ ਸਕਦੇ ਹਾਂ, ਇਹਦਾ ਰਫ ਹੀ ਆ। ਸੋ ਇਹ 33.41% ਜਿਹੜਾ ਆ ਉਹ ਪਹਿਲੇ ਦੋਸਤ ਦਾ ਹਿੱਸਾ ਆ ਗਿਆ। ਇੱਦਾਂ ਹੀ ਦੂਜੇ ਦੋਸਤ ਦਾ ਹਿੱਸਾ ਜੇ ਆਪਾਂ ਦੇਖਣਾ ਵੀ 1302 100 ਆ, ਇੱਕ 100/n ਆ, ਤਾਂ ਫਿਰ 340 ਗੁਣਾ 340, ਸੋ 100/1302 ਗੁਣਾ 340, ਸੋ ਇਹ 26.11% ਬਣਿਆ। ਇਹਦੀ 527 ਦੀ ਗੱਲ ਕਰੀਏ ਵੀ ਤੀਸਰੇ ਦੋਸਤ ਨੇ ਇੰਨੇ ਪੈਸੇ ਪਾਏ, ਤਾਂ 100 ਰੁਪਏ ਦੇ ਵਿੱਚੋਂ ਕਿੰਨੇ ਪੈਸੇ ਪਾ ਰਿਹਾ, ਅਤੇ 100 ਰੁਪਏ ਦੇ ਵਿੱਚੋਂ 40 ਰੁਪਏ 47 ਪੈਸੇ ਪਾ ਰਿਹਾ। ਮਤਲਬ ਇਹਨੂੰ ਆਹੀ ਫਾਰਮੂਲਾ ਲਾ ਕੇ ਆਪਾਂ ਮਲਟੀਪਲਾਈ ਕਰਤਾ, ਮਤਲਬ ਕਿ ਆਪਾਂ ਕੀ ਕੀਤਾ, 100 ਓਵਰ ਟੋਟਲ ਮਲਟੀਪਲਾਈਡ ਬਾਏ ਪਾਰਟ ਜਾਂ ਕੰਟਰੀਬਿਊਸ਼ਨ, ਯੂ ਕੈਨ ਸੇ ਕੰਟਰੀਬਿਊਸ਼ਨ, ਪਾਰਟ ਕਹਿ ਲਓ ਜਾਂ ਕੰਟਰੀਬਿਊਸ਼ਨ ਕਹਿ ਲਓ। ਸੋ 100 this total into contribution, so this will give you the percentage of each। ਸੋ ਇੱਕ ਜਾਣੇ ਦੀ ਜਿਹੜੀ ਇਹ ਫਾਰਮੂਲਾ ਬਣ ਗਿਆ, ਮਤਲਬ ਪਰਸੈਂਟੇਜ ਆਫ ਈਚ। ਸੋ ਹਰ ਇੱਕ ਦਾ ਜਿਹੜਾ ਪਰਸੈਂਟੇਜ ਆ, ਪਰਸੈਂਟੇਜ ਆਫ ਈਚ 1, ਹਰ ਇੱਕ ਦੀ ਪਰਸੈਂਟੇਜ ਲੱਭਣੀ ਹੋਵੇ ਤਾਂ 100/ਟੋਟਲ ਸਾਰਾ ਮਿਲਾ ਕੇ ਅਸਲੀ ਗੁਣਾ ਕਿੰਨੀ ਉਹਦਾ ਹਿੱਸਾ ਸੀਗਾ। ਸੋ ਉਹਦਾ ਹਿੱਸਾ 435 ਸੀਗਾ, ਟੋਟਲ 1302 ਸੀਗਾ, 340 ਹਿੱਸਾ ਸੀਗਾ, 1302 ਸੀਗਾ, 527 ਸੀਗਾ, 1302 ਸੀਗਾ, ਸੋ ਟੋਟਲ 1302, ਪਾਰਟ ਉਹਦਾ ਜਿਹੜਾ ਉਹਨਾਂ ਦਾ ਪਾਰਟ ਆ। ਸੋ ਉਹ ਉਸ ਢੰਗ ਨਾਲ ਅਸੀਂ ਇਹ ਇੱਕ ਫਾਰਮੂਲਾ ਬਣ ਗਿਆ ਸਾਡੇ ਕੋਲ ਕਿ ਜੇ ਅਸੀਂ ਪਰਸੈਂਟੇਜ ਲੱਭਣੀ ਆ ਕਿ ਹਰ ਇੱਕ ਨੇ ਕਿੰਨਾ ਕਿੰਨਾ ਯੋਗਦਾਨ ਪਾਇਆ, ਇਕੱਲੇ ਇਕੱਲੇ ਦਾ ਕਿੰਨਾ ਹਿੱਸਾ 100 ਦੇ ਵਿੱਚ, ਜੇ ਟੋਟਲ 100 ਬਣਾਈਏ, ਦੇਖੋ ਟੋਟਲ 100 ਬਣ ਗਿਆ 33, 26 ਅਤੇ 40, 40 ਅਤੇ 20 60, 60 ਅਤੇ 30 90, 90 ਅਤੇ 6 96 ਅਤੇ 3 96 ਅਤੇ 99, 99 ਅਤੇ ਬਾਕੀ ਆ ਇਹਨਾਂ ਨੂੰ ਡੈਸੀਮਲ ਵਾਲੇ ਪਾਰਟ ਨੂੰ ਜਮ੍ਹਾਂ ਕਰ ਲਓ। ਇਹ ਲਗਭਗ 99.99 ਦੇ ਕਰੀਬ ਆ ਜਾਊਗਾ, ਕਿਉਂਕਿ ਡੈਸੀਮਲ ਆਪਾਂ ਪੂਰੇ ਨਹੀਂ ਲਿਖਦੇ, ਅੱਗੇ ਵੀ ਪਾਰਟ ਹੁੰਦਾ, ਇਸ ਕਰਕੇ 100 ਤੋਂ ਹਲਕਾ ਜਾਂ ਘੱਟ ਆਊਗਾ ਕਿਉਂਕਿ ਆਪਾਂ ਕੈਲਕੂਲੇਸ਼ਨ ਵਿੱਚ ਡੈਸੀਮਲ ਪੂਰੇ ਨਹੀਂ ਲਏ ਹੋਏ। ਅਦਰਵਾਈਜ਼ ਇਹ ਟੋਟਲ ਜਿਹੜਾ ਹੈਗਾ ਉਹ 100 ਬਣਨਾ ਚਾਹੀਦਾ, ਕਿਉਂਕਿ ਜਿਹੜਾ ਆਪਾਂ ਟੋਟਲ ਲਿਆ ਉਹ ਤਿੰਨਾਂ ਦਾ ਲਿਆ, ਅਤੇ ਪਰਸੈਂਟੇਜ ਜਿਹੜੀ ਮਿਲਾ ਕੇ 100 ਹੀ ਬਣਨਾ ਚਾਹੀਦਾ ਸੀ। ਸੋ ਇਸ ਤਰ੍ਹਾਂ ਆਪਾਂ ਨੂੰ ਇਹ ਜਿਹੜਾ ਆ ਉਹ ਪਤਾ ਲੱਗ ਗਿਆ। ਸੋ ਅਸੀਂ ਜੇ 2 ਦੀ ਪਰਸੈਂਟੇਜ ਕੱਢ ਲਈ ਸੀ, 2 ਦੀ, ਫਿਰ ਤੀਜੇ 'ਤੇ ਆਹ ਫਾਰਮੂਲਾ ਲਾਉਣ ਦੀ ਲੋੜ ਨਹੀਂ ਸੀ। ਅਸੀਂ 100 ਵਿੱਚੋਂ ਇਹਨਾਂ ਦੋਨਾਂ ਦਾ ਜੋੜ ਕੱਢ ਸਕਦੇ ਸੀ, ਮਤਲਬ ਅਸੀਂ 100 ਦੇ ਵਿੱਚੋਂ 33.41 ਮਾਈਨਸ ਕਰ ਦਿੰਦੇ ਅਤੇ 26.11 ਘਟਾ ਦਿੰਦੇ, ਤਾਂ ਵੀ 40.47 ਹੀ ਜਵਾਬ ਆਉਣਾ ਸੀਗਾ। ਸੋ ਮੇਰੇ ਖਿਆਲ ਇਹ ਗੱਲ ਤੁਹਾਨੂੰ ਸਮਝ ਲੱਗ ਗਈ ਹੋਣੀ ਆ। ਸੋ ਉਹ ਡੈਸੀਮਲ ਪਾਰਟ ਜਿਹੜਾ ਹੈਗਾ ਉੱਤੇ ਥੋੜ੍ਹਾ ਜਿਹਾ ਫਰਕ ਪੈ ਸਕਦਾ ਹੁੰਦਾ, ਕਿਉਂਕਿ ਆਪਾਂ ਜਿਹੜੇ ਰਾਊਂਡਿੰਗ ਕਰਨ ਲੱਗੇ ਜਾਂ ਅਗਲੇ ਜਿਹੜੇ ਹਿੱਸੇ ਆ ਉਹ ਲਿਖਦੇ ਨਹੀਂਗੇ, ਸਿਰਫ 2 ਡਿਜਿਟ ਹੀ ਲਿਖਦੇ ਆ, ਇਸ ਲਈ ਹਲਕਾ ਜਿਹਾ ਫਰਕ ਜਿਹੜਾ ਆ ਉਹ ਕੈਲਕੂਲੇਸ਼ਨ 'ਚ ਪੈ ਸਕਦਾ ਹੁੰਦਾ। ਸੋ ਇਹ ਵਾਲੀ ਗੱਲ ਜੇ ਆਪਾਂ ਨੂੰ ਸਮਝ ਲੱਗ ਗਈ ਤਾਂ ਹੁਣ ਆਪਾਂ ਇੱਕ ਐਕਚੁਅਲ ਪ੍ਰੋਬਲਮ 'ਤੇ ਆਉਂਦੇ ਹਾਂ। ਸੋ ਲੈਟ ਅਸ ਹੈਵ ਏ
ਪ੍ਰੋਬਲਮ ਜਿਹਦੇ ਵਿੱਚ ਆਪਣੇ ਕੋਲ ਇੱਕ ਮੋਲੀਕੂਲ ਗਲੂਕੋਸ ਦਾ ਆ। ਸੋ ਗਲੂਕੋਸ ਦਾ ਫਾਰਮੂਲਾ ਹੁੰਦਾ C6H12O6, ਦਿਸ ਇਜ਼ ਗਲੂਕੋਸ। ਹੁਣ ਇਹਦੀ ਕੰਪੋਜੀਸ਼ਨ ਜੇ ਆਪਾਂ ਦੇਖੀਏ ਚ ਕੌਣ ਕੌਣ ਮਿਲ ਕੇ ਕਿੰਨੇ ਕਿੰਨੇ ਯੋਗਦਾਨ ਪਾਇਆ। ਸੋ 6 ਕਾਰਬਨ ਆ, ਕਾਰਬਨ ਦੇ ਐਟਮ ਕਿੰਨੇ ਆ, ਇਹ 'ਚ 6 ਕਾਰਬਨ ਦੇ ਐਟਮ ਆ। ਹਾਈਡਰੋਜਨ ਦੇ ਕਿੰਨੇ ਐਟਮ ਆ, ਹਾਈਡਰੋਜਨ ਦੇ 12 ਐਟਮ ਆ। ਆਕਸੀਜਨ ਦੇ 6 ਐਟਮ ਆ। ਸੋ ਇਹ ਸਾਨੂੰ ਇੱਥੋਂ ਨਜ਼ਰ ਆ ਰਿਹਾ ਇਹਦੇ ਵਿੱਚੋਂ। ਹੁਣ ਐਟੋਮਿਕ ਮਾਸ ਆਫ ਕਾਰਬਨ 12 ਹੁੰਦਾ ਵਾ, ਐਟੋਮਿਕ ਮਾਸ ਆਫ ਹਾਈਡਰੋਜਨ 1 ਹੁੰਦਾ, ਐਟੋਮਿਕ ਮਾਸ ਆਫ ਆਕਸੀਜਨ 16 ਹੁੰਦਾ। ਇਹਦਾ ਮਤਲਬ ਜੇ ਅਸੀਂ ਕਹੀਏ ਵੀ ਇੱਕ ਕਾਰਬਨ ਐਟਮ ਦਾ 12 ਆ ਤਾਂ 6 ਕਾਰਬਨ ਐਟਮ ਦਾ 12 ਗੁਣਾ 6 ਹੋਊਗਾ। ਇਹਦਾ ਮਤਲਬ ਕਾਰਬਨ ਨੇ ਕਿੰਨਾ ਮਾਸ ਦਾ ਯੋਗਦਾਨ ਪਾਇਆ, ਮਾਸ ਕਿੰਨਾ ਆ। ਸੋ 72 ਯੂਨਿਟ, ਜਿਹੜੇ ਵੀ ਯੂਨਿਟ ਹੋਣਗੇ ਗ੍ਰਾਮ ਲਿਖਣੇ ਜਾਂ ਵਟਐਵਰ। ਸੋ ਅਸੀਂ ਇੱਥੇ ਯੂਨਿਟ ਨਹੀਂ ਲਿਖਦੇ ਪਏ ਕਿਉਂਕਿ ਸਾਨੂੰ ਪਤਾ ਕਿ ਮਾਸ ਦੀ ਗੱਲ ਹੋ ਰਹੀ ਆ। ਸੋ ਹਾਈਡਰੋਜਨ ਦਾ ਕਿੰਨਾ ਯੋਗਦਾਨ ਆ, 12 ਹਾਈਡਰੋਜਨ ਆਇਆ, ਇੱਕ ਜਾਣਾ ਇੱਕ ਹੁੰਦਾ ਵਾ ਅਤੇ 12 ਜਾਣੇ 12 ਹੋ ਜਾਣਗੇ। ਜੇ ਮੰਨ ਲਓ ਗ੍ਰਾਮ 'ਚ ਲੈ ਲਈਏ ਆਪਾਂ ਤਾਂ 72 ਗ੍ਰਾਮ ਆ, 12 ਗ੍ਰਾਮ ਆ, 96 ਗ੍ਰਾਮ ਆ। ਆਕਸੀਜਨ ਦੇ 6 ਜਾਣੇ ਆਕਸੀਜਨ ਦੇ, ਇੱਕ ਜਾਣੇ ਕੋਲ 16 ਆ ਅਤੇ 16 ਗੁਣਾ 6 96 ਬਣ ਗਏ। ਸੋ 96 ਜਿਹੜੇ ਆ ਮਾਸ ਦੀ ਕੰਟਰੀਬਿਊਸ਼ਨ ਜਿਹੜੀ ਆ 96 ਯੂਨਿਟ, ਜੋ ਵੀ ਅਸੀਂ ਯੂਨਿਟ ਲਾਂਗੇ ਤਾਂ ਟੋਟਲ ਮਾਸ ਕੰਟਰੀਬਿਊਟਡ ਜਿਹੜਾ ਹੈਗਾ 180 ਯੂਨਿਟਸ ਬਣ ਗਿਆ। ਇਹਨਾਂ ਤਿੰਨਾਂ ਨੂੰ ਜੋੜ ਦਈਏ। ਹੁਣ ਜੇ ਆਪਾਂ ਕਹੀਏ ਵੀ ਜਿਹੜਾ 180 ਟੋਟਲ ਆ, ਇਹ ਸਾਰਾ ਮਿਲਾ ਕੇ 180 ਬਣਿਆ, ਮਤਲਬ ਬੇਸਿਕਲੀ ਇਹ ਮੋਲੀਕੂਲਰ ਮਾਸ ਬਣਿਆ। ਜੇ ਆਪਾਂ ਧਿਆਨ ਨਾਲ ਦੇਖੀਏ ਕਿਉਂਕਿ ਇੱਕ ਮੋਲੀਕਿਊਲ ਆ, ਇੱਕ ਮੋਲੀਕੂਲ ਦਾ 180 ਆਇਆ ਅਤੇ 180 ਜਿਹੜਾ ਆ ਉਹਦਾ ਮੋਲੀਕੂਲਰ ਮਾਸ ਬਣਿਆ। ਜੇ ਮੋਲੀਕੂਲਰ ਮਾਸ ਨੂੰ ਅਸੀਂ 180 ਨੂੰ 100 ਦੇ ਬਰਾਬਰ ਇਕੁਏਟ ਕਰ ਦਈਏ ਤਾਂ ਫਿਰ ਇੱਕ ਤੋਂ ਸਾਨੂੰ ਕੀ ਮਿਲੂਗਾ, 100/180। ਹੁਣ ਕਾਰਬਨ ਕਿੰਨਾ ਸੀਗਾ, 72, 72 ਮਾਸ ਕਿੰਨਾ 72। ਸੋ ਇਹਦਾ ਮਤਲਬ 72 ਜਿਹੜਾ ਹੈਗਾ ਉਹ 100/180 ਗੁਣਾ 72 ਹੋ ਗਿਆ। ਇਹ ਕਿੰਨਾ ਬਣ ਗਿਆ, 40%। ਸੋ ਇਹ ਕਾਰਬਨ ਦਾ ਬਣ ਗਿਆ 40%। ਹੁਣ 12 ਹਾਈਡਰੋਜਨ ਦਾ ਆ। ਸੋ ਹਾਈਡਰੋਜਨ ਦਾ 12, ਆਹ ਇੱਥੇ ਤੱਕ ਆਪਣੇ ਕੋਲ ਆਹ ਫਾਰਮੂਲਾ ਬਣ ਗਿਆ ਬੇਸਿਕਲੀ। ਆਹ 100/181 ਯੂਨਿਟ ਦਾ ਆ ਅਤੇ ਉਹਨੂੰ 12 ਨਾਲ ਇਹ ਯੂਨਿਟ ਵਾਲੇ ਨੂੰ ਜਿੰਨਾ ਹੈਗਾ ਉਹਦੇ ਨਾਲ ਮਲਟੀਪਲਾਈ ਕਰਤਾ ਅਤੇ 6.67 ਆਪਣੇ ਕੋਲ ਆ ਗਿਆ। 96 ਆਕਸੀਜਨ ਦਾ ਸੀਗਾ ਮਾਸ ਅਤੇ ਉਹਦੇ ਨਾਲ 100/180 × 96, ਮਤਲਬ ਯੂਨਿਟਰੀ ਮੈਥਡ ਬਾਰ ਨਹੀਂ ਮੈਂ ਲਗਾਇਆ, 2 ਲਾਈਨਸ ਤਾਂ ਲਿਖੀਆਂ ਹੀ ਆ। ਫਿਰ ਤੀਸਰੀ ਲਾਈਨ ਆਹ ਵਾਲੀ ਆ, ਫਿਰ ਹਾਈਡਰੋਜਨ ਲਈ ਤੀਸਰੀ ਲਾਈਨ ਅਤੇ ਆਕਸੀਜਨ ਲਈ ਤੀਸਰੀ ਲਾਈਨ। ਮਤਲਬ ਆਹ ਜਿਹੜੀ 3rd ਲਾਈਨ ਆ, ਦਿਸ ਇਜ਼ ਯੋਰ ਕੰਪਲੀਟ ਯੂਨਿਟਰੀ ਮੈਥਡ ਫੋਰ ਕਾਰਬਨ। ਸੋ ਇਹਦੇ ਵਿੱਚ ਜਿਹੜੀ 3rd ਲਾਈਨ ਆ, ਆਹ ਵਾਲੀ 3rd ਲਾਈਨ, ਇਹਦੀ ਥਾਂ 'ਤੇ ਹੁਣ ਹਾਈਡਰੋਜਨ ਵਾਲੀ ਲਾਈਨ ਆ ਜੂਗੀ, ਆਕਸੀਜਨ ਵਾਲੀ ਲਾਈਨ ਆ ਜੂਗੀ। ਸੋ ਜੇ ਤੁਸੀਂ ਇਹਨਾਂ ਨੂੰ ਟੋਟਲ ਕਰਕੇ ਦੇਖ ਲਓ ਅਤੇ 40 ਅਤੇ 6 ਅਤੇ 53 ਅਤੇ 33 67 ਰਲ ਕੇ 100 ਬਣੂਗਾ। ਸੋ ਇਹਦਾ ਮਤਲਬ ਇਹ 100 ਦੇ ਵਿੱਚੋਂ ਇੰਨਾ ਹਿੱਸਾ ਜਿਹੜਾ ਹੈਗਾ ਉਹ ਆਪਣੇ ਕੋਲ ਆਇਆ ਹੈਗਾ। ਸੋ ਹਾਈਡਰੋਜਨ ਜਿਹੜਾ ਹੈਗਾ ਉਹਦੇ 12 ਨਾਲ ਮਲਟੀਪਲਾਈ ਕਰ ਲਿਆ, 96 ਆਕਸੀਜਨ ਦਾ ਸੀਗਾ ਉਹਨੂੰ 96 ਨਾਲ ਮਲਟੀਪਲਾਈ ਕਰਤਾ। ਸੋ 53.33, 6.67 ਅਤੇ 40%। ਸੋ ਇਸ ਤਰ੍ਹਾਂ ਇਹ ਸਾਡੇ ਕੋਲ ਪਰਸੈਂਟੇਜ ਕੰਪੋਜੀਸ਼ਨਸ ਆ ਗਈਆਂ ਕਿ ਜੇ ਇੱਕ ਮੋਲੀਕਿਊਲ ਹੈਗਾ, ਇੱਕ ਮੋਲੀਕਿਊਲ ਦੇ ਵਿੱਚ ਪਰਸੈਂਟੇਜ ਮਾਸ ਦੀ ਜੇ ਆਪਾਂ ਦੇਖੀਏ ਤਾਂ ਕਿੰਨਾ ਮਾਸ ਜਿਹੜਾ ਆ ਉਹਦੇ 'ਚ ਹੋਊਗਾ। ਸੋ ਇੱਥੋਂ ਅਸੀਂ ਇਹਦੀ ਪਰਸੈਂਟੇਜ ਕੰਪੋਜੀਸ਼ਨ ਕੱਢ ਲਈ। ਸੋ ਇਹ ਹੁਣ ਯੂਨਿਟਰੀ ਮੈਥਡ ਦੇ ਨਾਲ ਆਪਾਂ ਕੱਢ ਕੇ ਤੁਹਾਨੂੰ ਦਿਖਾਤੀ। ਹੁਣ ਆਪਣੇ ਕੋਲ ਇੱਕ ਹੋਰ ਇਹਦੇ ਉਲਟ ਆਪਾਂ ਗੱਲ ਕਰੀਏ। ਸੋ ਇਹਦੇ ਉਲਟ ਆਪਾਂ ਦੇਖੀਏ ਵੀ ਸਪੋਜ਼ ਉਹੀ ਹੁਣ ਇਸ ਵੇਲੇ ਨਵੀਂ ਸਿਚੁਏਸ਼ਨ ਆ ਗਈ ਕਿ 3 ਫਰੈਂਡ ਹੈਗੇ ਆ। ਸੋ ਜਿਹੜੇ ਤਿੰਨੇ ਫਰੈਂਡ ਹੈਗੇ ਆ ਉਹਨਾਂ ਨੇ ਕੰਟਰੀਬਿਊਟ ਕੀਤਾ ਅਤੇ ਟੋਟਲ ਪੈਸੇ ਇਕੱਠੇ ਕਰ ਲਏ 1595 ਰੁਪਏ। ਹੁਣ F1 ਦਾ ਪਰਸੈਂਟ ਸ਼ੇਅਰ ਸੀਗਾ 35%, ਮਤਲਬ 100 ਰੁਪਏ ਇਕੱਠੇ ਕਰਦੇ ਤਾਂ 35 ਰੁਪਏ ਪਹਿਲਾ ਦੋਸਤ ਪਾਉਂਦਾ, F1 ਮਤਲਬ ਪਹਿਲਾ ਦੋਸਤ, ਅਤੇ F2 ਫਰੈਂਡ 2 ਦੂਜਾ ਫਰੈਂਡ। ਸੋ ਉਹਨੇ 42% ਕੰਟਰੀਬਿਊਟ ਕੀਤਾ ਹੈਗਾ ਅਤੇ ਬਾਕੀ ਦੇ ਪੈਸੇ ਤੀਜੇ ਨੇ ਪਾਏ ਹੈਗੇ ਕਿਉਂਕਿ ਟੋਟਲ ਪਰਸੈਂਟ 100 ਬਣਨਾ। ਇਸ ਕਰਕੇ 35 ਅਤੇ 42, 40 ਅਤੇ 30, 70 ਅਤੇ 77% ਬਣਿਆ। 100 ਚੋਂ 77 ਘਟਾ ਦਿਓ, ਆਪਣੇ ਕੋਲ 23% ਜਿਹੜਾ ਆ ਉਹ ਤੀਸਰੇ ਦੋਸਤ ਦਾ ਹਿੱਸਾ ਆ। ਸੋ ਇਹ ਸਿਚੁਏਸ਼ਨ ਸੀਗੀ। ਸੋ ਇਹ ਵਾਲੀ ਸਿਚੁਏਸ਼ਨ ਤੋਂ ਆਪਾਂ ਹੁਣ ਦੇਖਦੇ ਹਾਂ ਕੀ ਬਣਿਆ। ਸੋ ਜਦੋਂ ਅਸੀਂ ਗੱਲ ਕਰਦੇ ਹਾਂ ਪਰਸੈਂਟੇਜ ਦੀ ਤਾਂ ਟੋਟਲ ਜਿਹੜਾ ਹੋਣਾ ਆ ਉਹ 100 ਬਣਨਾ ਹੀ ਚਾਹੀਦਾ ਆ ਸਾਰਿਆਂ ਦਾ ਮਿਲਾ ਕੇ। ਇਹਦਾ ਮਤਲਬ ਫਿਰ ਤੀਸਰੇ ਦੋਸਤ ਦੀ ਕੰਟਰੀਬਿਊਸ਼ਨ ਜਿੱਦਾਂ ਮੈਂ ਹੁਣੀ ਦੱਸੀ। ਸੋ ਇਟ ਕਮਜ਼ ਆਊਟ ਟੂ ਬੀ 100 -35 -42 ਮੀਨਸ 23%। ਸੋ ਮਤਲਬ ਜੇ ਤੀਜੇ ਦੀ ਨਹੀਂ ਪਰਸੈਂਟੇਜ ਦਿੱਤੀ ਹੋਈ ਤਾਂ ਆਪਾਂ ਦੋਨਾਂ ਦੇ ਜੋੜ ਨੂੰ ਲੈ ਕੇ 100 ਚੋਂ ਘਟਾ ਦਈਏ ਤਾਂ ਤੀਜੇ ਦੀ ਆ ਜੂਗੀ।
ਹੁਣ ਤੀਸਰੇ ਦੀ ਇੱਥੇ ਕੀ ਕਿਹਾ, ਫਾਈਂਡ ਦਾ ਇਨ ਰੁਪੀਜ਼ ਵੀ ਅਸਲ ਵਿੱਚ ਉਹਨੇ 1595 ਚ ਅਸਲ 'ਚ ਕਿੰਨੇ ਪਾਏ ਆ, 35 ਰੁਪਏ ਤਾਂ 100 'ਚ ਪਾਏ ਨਾ, 42 ਰੁਪਏ 100 'ਚ ਪਾਏ। ਆਹ ਵਾਲਾ ਜਿਹੜੇ 35% ਦਾ ਮਤਲਬ 100 ਰੁਪਏ ਜੇ ਇਕੱਠੇ ਕਰੀਏ ਤਾਂ 35 ਰੁਪਏ ਉਹਦੇ ਆ, 42 ਇਹਦੇ ਆ, 23 ਉਹਦੇ ਆ, ਪਰ 100 ਰੁਪਏ ਤਾਂ ਇਕੱਠਾ ਨਹੀਂ ਕੀਤਾ ਆਪਾਂ, ਤਾਂ 1595 ਇਕੱਠੇ ਕੀਤੇ ਆ। ਸੋ 1595 ਦੇ ਵਿੱਚ ਅਸਲ ਵਿੱਚ ਉਹਨੇ ਕਿੰਨੇ ਪੈਸੇ ਪਾਏ, ਸੋ ਉਹ ਅਸੀਂ ਲੱਭਣੇ ਆ। ਸੋ ਜਿਹੜਾ ਤੀਸਰਾ ਦੋਸਤ ਆ ਉਹਨੇ 100 ਰੁਪਏ ਦੇ ਵਿੱਚੋਂ ਕਿੰਨੇ ਪਾਏ, 23 ਰੁਪਏ। ਇਹਦੇ ਵੱਲ ਇੱਕ ਚੋਂ ਕਿੰਨੇ ਪਾਊਗਾ, 23/100, ਅਤੇ 1595 ਚੋਂ ਕਿੰਨੇ ਪਾਊਗਾ, ਇਹ ਯੂਨਿਟਰੀ ਮੈਥਡ ਆ, ਫਿਰ ਯੂਨਿਟਰੀ ਮੈਥਡ ਆ ਗਿਆ ਇੱਥੇ। ਸੋ ਇਹ ਹੁਣ ਆਪਾਂ ਨੂੰ ਆਉਣਾ ਚਾਹੀਦਾ ਹੈ। ਸੋ ਇਹ ਕੈਮਿਸਟਰੀ 'ਚ ਇਹੀ ਯੂਜ਼ ਹੁੰਦਾ ਸਾਰੇ ਕਿਤੇ। ਫਾਰਮੂਲਾ ਤੁਸੀਂ ਸਿੱਧਾ ਯਾਦ ਕਰ ਸਕਦੇ ਹੋ, ਜਿੱਦਾਂ ਮੈਂ ਪਿੱਛੇ ਬਣਾਇਆ ਸੀਗਾ ਕਿ ਆਹ ਫਾਰਮੂਲਾ ਬਣ ਗਿਆ ਬੇਸਿਕਲੀ, ਜਦੋਂ ਆਪਾਂ ਆਹ ਗੱਲ ਕਰਦੇ ਨਾ ਪਰਸੈਂਟੇਜ ਆਫ ਈਚ, ਆਹ ਇੱਕ ਫਾਰਮੂਲਾ ਬਣ ਗਿਆ ਤੁਹਾਡਾ 100 ਓਵਰ ਟੋਟਲ ਇਨਟੂ ਪਾਰਟ ਉਹਦਾ ਜਿਹੜਾ ਉਹਦੀ ਕੰਟਰੀਬਿਊਸ਼ਨ ਆ, ਕੰਟਰੀਬਿਊਸ਼ਨ ਆਫ ਏ, ਕੰਟਰੀਬਿਊਸ਼ਨ ਆਫ ਬੀ, ਕੰਟਰੀਬਿਊਸ਼ਨ ਆਫ ਸੀ। ਸੋ ਟੋਟਲ ਤਿੰਨਾਂ ਦਾ, ਚਾਰਾਂ ਦਾ, ਪੰਜਾਂ ਦਾ, 10 ਦਾ, ਸਾਰਿਆਂ ਦਾ ਟੋਟਲ ਮਿਲਾ ਕੇ ਟੋਟਲ, ਅਤੇ ਕੰਟਰੀਬਿਊਸ਼ਨ ਜਿਹੜੀ ਹੈਗੀ ਆ ਕੰਟਰੀਬਿਊਸ਼ਨ। ਸੋ ਇਹ ਕੰਟਰੀਬਿਊਸ਼ਨ ਆ, ਅਤੇ ਇਹ ਜਿਹੜਾ ਸਾਰਾ ਹਿਸਾਬ ਕਿਤਾਬ ਕਰਕੇ ਪਰਸੈਂਟ ਵਿੱਚ ਆਨਸਰ ਆ ਜਾਊਗਾ ਆਪਣੇ ਕੋਲ। ਸੋ ਇਹ ਚੀਜ਼ ਆਪਾਂ ਜਿਹੜੀ ਆ ਇੱਥੇ ਯੂਨਿਟਰੀ ਮੈਥਡ ਬਣਾ ਰਹੇ ਹੈਗੇ। ਇਹਦੇ ਵਿੱਚ ਆਪਣੇ ਕੋਲ ਕੀ ਆ ਰਿਹਾ ਹੈਗਾ ਕਿ ਪਰਸੈਂਟੇਜ ਕਿੰਨੀ ਆ ਉਹਦਾ ਪਰਸੈਂਟ ਪਾਰਟ ਡਿਵਾਈਡ ਬਾਈ 100 ਇਨਟੂ ਟੋਟਲ। ਸੋ ਇੱਥੇ ਜਿਹੜੀ ਆ ਆਪਾਂ ਉਹਦੀ ਕੰਟਰੀਬਿਊਸ਼ਨ ਲੱਭਣੀ, ਐਕਚੁਅਲ ਕੰਟਰੀਬਿਊਸ਼ਨ। ਸੋ ਐਕਚੁਅਲ ਕੰਟਰੀਬਿਊਸ਼ਨ ਉਹਦੀ ਇੰਨੀ ਆ ਗਈ ਰੁਪਈਆਂ ਦੇ ਵਿੱਚ। ਮਤਲਬ ਕਿ ਆਪਾਂ ਕੀ ਕੀਤਾ ਹੁਣ ਇੱਥੇ, ਕੀ ਫਾਰਮੂਲਾ ਬਣਿਆ, ਸੋ ਪਰਸੈਂਟ ਕੰਟਰੀਬਿਊਸ਼ਨ ਪਰਸੈਂਟ ਵਿੱਚੋਂ ਕਿੰਨੀ ਕੰਟਰੀਬਿਊਸ਼ਨ ਕਰ ਰਿਹਾ ਪਿਆ, ਓਵਰ 100 ਮਲਟੀਪਲਾਈਡ ਬਾਈ ਟੋਟਲ, ਜਿਹੜਾ ਟੋਟਲ ਆ। ਸੋ ਇਹ ਇੱਕ ਫਾਰਮੂਲਾ ਵਾ, ਤੁਸੀਂ ਡਾਇਰੈਕਟਲੀ ਆਹ ਫਾਰਮੂਲਾ ਯੂਜ਼ ਕਰਦੇ ਰਹਿੰਦੇ ਆ। ਜਦੋਂ ਡਾਇਰੈਕਟਲੀ ਯੂਜ਼ ਕਰਦੇ ਹੋ ਕਈ ਵਾਰੀ ਭੁਲੇਖਾ ਪੈ ਜਾਂਦਾ ਵੀ ਕੀ ਕਰਨਾ ਵਾ, ਉਹਦੀ ਬਜਾਏ ਆਪਾਂ ਯੂਨਿਟਰੀ ਮੈਥਡ ਬਣਾ ਕੇ ਉਹ ਕੰਮ ਕਰ ਲਈਏ ਤਾਂ ਬੜੇ ਆਰਾਮ ਨਾਲ ਬਹੁਤ ਸਮੂਥਲੀ ਸਾਨੂੰ ਸਮਝ ਲੱਗ ਜਾਂਦਾ ਵੀ ਹੋਇਆ ਕੀ। ਸੋ ਇਸ ਕਰਕੇ ਇਹ ਫਾਰਮੂਲਾ ਆਪਾਂ ਲਗਾਉਂਦੇ ਹਾਂ। ਸੋ ਇੱਥੋਂ ਇਹਦਾ ਜਿਹੜਾ ਤੀਸਰਾ ਦੋਸਤ ਆ 23% ਵਾਲਾ, ਉਹਨੇ 1595 ਵਿੱਚ ਇੰਨੇ ਰੁਪਏ ਕੰਟਰੀਬਿਊਟ ਕੀਤੇ। ਦੂਸਰੇ ਦੋਸਤ ਨੇ ਕਿੰਨੇ ਕੀਤੇ, ਉਹਨੇ 42% ਕੀਤੇ ਸੀ ਦੂਸਰੇ ਨੇ। ਸੋ ਇਹਦਾ ਮਤਲਬ 42, ਹੁਣ ਆਹ ਫਾਰਮੂਲੇ ਨੂੰ ਇੱਕ ਵਾਰੀ ਬਣਾ ਲਿਆ, ਹੁਣ ਅੱਗੇ ਸਾਨੂੰ ਪਤਾ ਲੱਗ ਗਿਆ 42% ਓਵਰ 100 ਇਨਟੂ ਟੋਟਲ, 42 ਓਵਰ 100 ਇਨਟੂ 1595। ਸੋ ਇਹਦਾ ਵੀ ਯੂਨਿਟਰੀ ਮੈਥਡ ਉਹੀ ਰਹਿਣਾ ਸੀਗਾ ਬੇਸਿਕਲੀ ਕਿ 100 ਜਿਹੜਾ ਵਾ ਉਹ 100 ਬਰਾਬਰ 42 ਆ, ਅਤੇ 1 ਬਰਾਬਰ 42/100, ਅਤੇ ਟੋਟਲ ਜਿਹੜਾ ਹੈਗਾ 1500, 42/100 ਗੁਣਾ ਦਿਸ। ਸੋ ਇਹੀ 3 ਸਟੈਪ ਉੱਥੇ ਲੱਗਣੇ ਸੀਗੇ। ਸੋ ਇਹ ਆਪਣੇ ਕੋਲ 669.90 ਰੁਪਏ ਆ ਗਿਆ। ਪਹਿਲਾ ਦੋਸਤ ਜਿਹੜਾ ਸੀਗਾ ਉਹ ਸਿੱਧਾ ਹੀ ਆਪਾਂ ਕਰ ਸਕਦੇ, ਕਿਉਂਕਿ ਟੋਟਲ ਸਾਨੂੰ ਪਤਾ ਹੀ ਆ 1595 ਰੁਪਏ। ਦੋ ਜਾਣਿਆਂ ਦੇ ਪੈਸੇ ਆਪਾਂ ਲੱਭ ਲਿਆ, ਦੋਨਾਂ ਦਾ ਜੋੜ ਇਹ 'ਚੋਂ ਘਟਾ ਦਿਓ, ਆ ਦੋਨਾਂ ਨੂੰ, ਇਹਨੂੰ ਵੀ ਘਟਾ ਦਿਓ, ਇਹਨੂੰ ਵੀ ਘਟਾ ਦਿਓ, ਤਾਂ ਇਹਦਾ ਮਤਲਬ ਜਿਹੜਾ ਪਹਿਲਾ ਦੋਸਤ ਆ ਉਹਨੇ ਇੰਨੇ ਹਿੱਸਾ ਪਾਇਆ। ਜਾਂ ਫਿਰ ਤੁਸੀਂ ਇਹੀ ਵਾਲਾ ਫਾਰਮੂਲਾ ਦੁਬਾਰਾ ਕੰਟੀਨਿਊ ਕਰ ਲਓ ਕਿ 35, ਮਤਲਬ ਜਿੱਦਾਂ ਆਪਾਂ ਇੱਥੇ ਲਿਖਿਆ ਕਿ 100 ਜਿਹੜਾ 23 ਆ, ਇੱਥੇ ਆਪਾਂ ਲਿਖਾਂਗੇ 100 ਜਿਹੜਾ 35 ਆ, ਮਤਲਬ 100 ਦਾ ਮਤਲਬ 100 ਵਿੱਚੋਂ ਉਹਨੇ 35 ਰੁਪਏ ਪਾਏ, ਇੱਕ ਵਿੱਚੋਂ 35/100, 35/100 ਗੁਣਾ 1595 ਕਰ ਲਓ, 35/100 ਗੁਣਾ 1595। ਸੋ ਇਸ ਤਰ੍ਹਾਂ ਆਪਣੇ ਕੋਲ ਇਹ 500 ਜਿਹੜਾ ਇੰਨਾ ਹੀ ਜਵਾਬ ਆਊਗਾ। ਇਹ ਚੈੱਕ ਕਰ ਸਕਦੇ ਹਾਂ ਆਪਾਂ। ਮਤਲਬ ਜੇ 2 ਦਾ ਸਾਨੂੰ ਪਤਾ ਲੱਗ ਗਿਆ, ਤੀਸਰੇ ਦਾ ਫਿਰ ਅਸੀਂ 100, ਜੇ ਤਾਂ ਪਰਸੈਂਟ 'ਚ ਪਤਾ ਤਾਂ ਵੀ ਅਸੀਂ 100 ਚੋਂ ਬਾਕੀ ਦੋਨਾਂ ਨੂੰ ਮਾਈਨਸ ਕਰ ਦਈਏ, ਜੇ ਸਾਨੂੰ ਐਕਚੁਅਲ ਪਤਾ 2 ਦਾ ਅਤੇ ਤੀਸਰੇ ਨੂੰ ਅਸੀਂ ਟੋਟਲ 'ਚੋਂ ਮਾਈਨਸ ਕਰ ਦਈਏ ਤਾਂ ਵੀ ਆਨਸਰ ਆ ਜਾਊਗਾ। ਸੋ ਇਸ ਤਰ੍ਹਾਂ ਇਹ ਇੱਕ ਸਿੰਪਲ ਸਿਚੁਏਸ਼ਨ ਆ ਜਿਹੜੀ ਤੁਸੀਂ 5th 6th 7th 8th ਕਿਸੇ ਲੈਵਲ 'ਤੇ ਇੱਦਾਂ ਦੇ ਕੁਐਸਚਨ ਕੀਤੇ ਹੋਏ ਆ। ਸੋ ਹੁਣ ਆਪਾਂ ਇਹ ਐਕਚੁਅਲ ਪ੍ਰੋਬਲਮ 'ਤੇ ਆ ਜਾਈਏ। ਸੋ ਇਹ 'ਚ ਥੋੜ੍ਹਾ ਜਿਹਾ ਆਪਾਂ ਦੇਖੀਏ ਵੀ ਅਸਲ ਵਿੱਚ ਇੱਥੇ ਕੀ ਹੋਇਆ। ਹੁਣ ਇਹ ਅੰਪੀਰੀਕਲ ਬੇਸਿਕਲੀ ਗੱਲ, ਅੰਪੀਰੀਕਲ ਫਾਰਮੂਲੇ ਦੀ ਜਿਹੜੀ ਗੱਲ ਕਰਦੇ ਹਾਂ ਆਪਾਂ, ਉਹਦੇ ਵਿੱਚ ਇਹ ਗੱਲ ਆ ਜਾਂਦੀ ਆ ਕਿ ਕੋਈ ਕੰਪਾਊਂਡ ਆ, ਉਹਦੇ ਕੋਲ ਉਹਦੀ ਕੰਪੋਜੀਸ਼ਨ, ਮਤਲਬ ਉਹ ਜਿਹੜੇ ਜਿਨ੍ਹਾਂ ਨੇ ਰਲ ਕੇ ਉਹ ਕੰਪਾਊਂਡ ਬਣਾਇਆ ਉਹ ਕਿੰਨਾ ਕਿੰਨਾ ਯੋਗਦਾਨ ਪਾਇਆ। ਜਿਹਦਾ ਕਾਰਬਨ ਜਿਹੜੀ ਆ ਉਹ 57.8% ਉਹਦਾ ਯੋਗਦਾਨ ਆ, ਹਾਈਡਰੋਜਨ ਦਾ 3.6% ਹਿੱਸਾ ਆ, ਅਤੇ ਬਾਕੀ ਰੈਸਟ ਮਤਲਬ ਬਾਕੀ ਜਿਹੜਾ ਬਚਿਆ ਹਿੱਸਾ ਉਹ ਆਕਸੀਜਨ ਦਾ ਆ। ਤਾਂ ਜਿਹੜੀ ਵੀ ਕੰਪਾਊਂਡ ਆ ਉਹ 166 ਮਤਲਬ ਗ੍ਰਾਮ ਹੈਗਾ ਮੰਨ ਲਓ। ਸੋ ਇੱਥੇ ਉਹਨੇ ਮੋਲੀਕੂਲਰ ਮਾਸ ਲਿਖਤਾ। ਸੋ ਚਲੋ ਮੋਲੀਕੂਲਰ ਮਾਸ ਜਿਹੜਾ ਹੈਗਾ ਉਹ 166 ਆ, ਜਾਂ ਤੁਸੀਂ ਸਮਝ ਲਓ ਕਿ 166 ਗ੍ਰਾਮ ਆ। 166 ਗ੍ਰਾਮ ਦੇ ਵਿੱਚ ਕਿੰਨਾ ਹੋਊਗਾ, ਫਿਰ ਅਸਲ ਵਿੱਚ ਗ੍ਰਾਮਾਂ 'ਚ ਕਿੰਨਾ ਹੋਏ, ਗ੍ਰਾਮ ਕਿੰਨੇ, ਇਹਦੇ ਗ੍ਰਾਮ ਕਿੰਨੇ। ਸੋ ਇੱਕ ਸਿੰਪਲ ਐਗਜ਼ਾਮਪਲ, ਇੱਕ ਸਿੰਪਲ ਸਵਾਲ ਆ ਜਿਹੜਾ 8ਵੀਂ 9ਵੀਂ 'ਚ ਆਪਾਂ ਕਰਦੇ ਰਹੇ ਹਾਂ। ਸੋ ਉਹ ਹੈਗਾ ਇਹ ਕਿ ਕਾਰਬਨ ਦੀ ਕੰਪੋਜੀਸ਼ਨ ਜਿਹੜੀ ਆ, ਇਹਦਾ ਜਿਹੜਾ ਕੰਟਰੀਬਿਊਸ਼ਨ ਆ ਕਾਰਬਨ ਦੀ, ਕੰਟਰੀਬਿਊਸ਼ਨ ਕੰਪੋਜੀਸ਼ਨ ਨਹੀਂ ਕੰਟਰੀਬਿਊਸ਼ਨ ਆ ਨਾ। ਸੋ ਕੰਟਰੀਬਿਊਸ਼ਨ ਕਾਰਬਨ ਦੀ ਇੰਨੀ ਆ, ਅਤੇ ਇੱਦਾਂ ਹੀ ਕੰਟਰੀਬਿਊਸ਼ਨ ਹਾਈਡਰੋਜਨ ਦੀ ਜਿਹੜੀ ਆ 3.6 ਆ। ਤੁਹਾਨੂੰ ਕਿ ਬਾਕੀ ਆਕਸੀਜਨ ਹੈ, ਮਤਲਬ ਆਕਸੀਜਨ ਦੀ ਬਚੀ ਟੋਟਲ 100 ਹੋਣਾ ਚਾਹੀਦਾ, ਕਿਉਂਕਿ ਪਰਸੈਂਟ ਦੀ ਗੱਲ ਹੋ ਰਹੀ ਆ।
ਫਿਰ ਇਹਦਾ ਮਤਲਬ ਇਹਨੂੰ ਵੀ ਅਤੇ ਇਹਨੂੰ ਦੋਨਾਂ ਨੂੰ ਇਹ 'ਚੋਂ ਮਾਈਨਸ ਕੀਤਾ ਅਤੇ ਆਕਸੀਜਨ ਦੀ ਪਰਸੈਂਟੇਜ ਜਿਹੜੀ ਆ 38.6 ਬਣ ਗਈ ਆਪਣੇ ਕੋਲ। ਹੁਣ ਆਪਾਂ ਫਿਰ ਦੇਖਾਂਗੇ ਵੀ 100 ਦੇ ਵਿੱਚੋਂ ਜਿਹੜੀ ਕਾਰਬਨ ਆ ਉਹ 57.8 ਆ, ਤਾਂ ਇੱਕ ਦੇ ਵਿੱਚੋਂ ਹੋਊਗੀ 57.8/100 ਅਤੇ 166 ਵਿੱਚ ਉਹਦਾ ਯੋਗਦਾਨ ਕਿੰਨਾ ਹੋਊਗਾ 57.8/100 ਗੁਣਾ 166। ਇਹ ਕੈਲਕੂਲੇਟ ਕਰ ਲਓ, ਇੰਨਾ ਆ ਜਾਊਗਾ। 100 ਦੇ ਵਿੱਚ ਜਿਹੜਾ ਹੈਗਾ ਹਾਈਡਰੋਜਨ ਦਾ ਭਾਗ ਕਿੰਨਾ, ਕੰਟਰੀਬਿਊਸ਼ਨ ਕਿੰਨੀ ਆ 3.6, ਇੱਕ ਦੇ ਵਿੱਚ ਕਿੰਨੀ ਹੋਊਗੀ 3.6/100, 166 'ਚ ਕਿੰਨੀ ਹੋਊਗੀ 3.6/100 ਗੁਣਾ 166, ਇਹ ਇੰਨੀ ਆ ਜੂਗੀ ਆਪਣੇ ਕੋਲ। ਕੈਲਕੂਲੇਟ ਕਰ ਸਕਦੇ ਹਾਂ ਆਪਾਂ, ਡਿਵਾਈਡ ਮਲਟੀਪਲਾਈ। ਜੇ 100 ਦੇ ਵਿੱਚ ਆਕਸੀਜਨ ਜਿਹੜੀ ਆਕਸੀਜਨ ਜਿਹੜੀ ਆ 38.6 ਆ, ਤਾਂ ਫਿਰ ਇੱਕ ਦੇ ਵਿੱਚ 38.6/100 ਆਊਗੀ, 166 ਵਿੱਚ 64 ਪੁਆਇੰਟ ਇੰਨੀ ਆ ਜੂਗੀ। ਸੋ ਇਸ ਤਰ੍ਹਾਂ ਆਪਣੇ ਕੋਲ ਜਿਹੜੀਆਂ ਆ ਇਹਨਾਂ ਦੇ ਹਿੱਸੇ ਆ ਗਏ ਵੀ ਜਿਹੜਾ 166 ਟੋਟਲ ਬਣਿਆ ਉਹ ਇੰਨੇ ਤੋਂ ਮਿਲਾ ਕੇ ਬਣਿਆ। ਇੰਨਾ ਇਹਦਾ ਮਾਸ ਆ, ਇੰਨਾ ਉਹਦਾ ਮਾਸ ਆ, ਇੰਨਾ ਉਹਦਾ ਮਾਸ ਆ। ਹੁਣ ਇਹਨਾਂ ਨੂੰ ਆਪਾਂ ਇੱਕ ਟੇਬਲ 'ਚ ਲਿਖ ਲਿਆ ਵੀ ਐਕਚੁਅਲੀ ਜਿਹੜਾ ਮਾਸ ਹੈਗਾ ਉਹ ਆਪਣੇ ਕੋਲ ਕਿੰਨਾ ਆਉਂਦਾ ਪਿਆ। ਐਕਚੁਅਲ ਮਾਸ ਜਿਹੜਾ ਹੈਗਾ ਕਾਰਬਨ ਦਾ, ਹਾਈਡਰੋਜਨ ਦਾ, ਆਕਸੀਜਨ ਦਾ ਐਕਚੁਅਲ ਮਾਸ ਰੀਅਲ ਵਿੱਚ ਜੋ ਅਸੀਂ ਕੈਲਕੂਲੇਟ ਕੀਤਾ ਵੀ ਟੋਟਲ 166 ਕਿੱਦਾਂ ਬਣੂਗਾ। ਸੋ 166 ਬਣਨ ਲਈ ਆਪਾਂ 95.948 ਵਾਲਾ, ਫਿਰ ਇੱਦਾਂ ਹੀ ਜਿਹੜਾ ਹਾਈਡਰੋਜਨ ਦਾ ਅਤੇ ਇੱਦਾਂ ਹੀ ਆਕਸੀਜਨ ਦਾ ਆਪਾਂ ਲਿਖ ਲਿਆ। ਜਿਹੜੇ ਐਟੋਮਿਕ ਮਾਸਸ ਆ ਇਹਨਾਂ ਦੇ ਉਹ ਵੀ ਆਪਾਂ ਲਿਖ ਲਏ 12, 1 ਅਤੇ 16, ਅਤੇ ਅਸੀਂ ਐਕਚੁਅਲ ਮਾਸ ਨੂੰ ਐਟੋਮਿਕ ਮਾਸ ਨਾਲ ਜੇ ਡਿਵਾਈਡ ਕਰ ਦਈਏ ਤਾਂ ਸਾਡੇ ਕੋਲ ਇੱਥੇ ਆਨਸਰ ਆ ਗਿਆ 8, ਇੱਥੇ ਆ ਗਿਆ 6 ਅਤੇ ਇੱਥੇ ਆ ਗਿਆ 4। ਸੋ ਇਹਦਾ ਮਤਲਬ ਆ ਕਿ ਕਾਰਬਨ 8 ਸੀ, ਹਾਈਡਰੋਜਨ 6 ਸੀ ਅਤੇ ਆਕਸੀਜਨ 4 ਸੀ। ਸੋ ਇਸ ਤਰ੍ਹਾਂ ਅਸੀਂ ਇਹ ਲੱਭ ਲਿਆ ਕਿ ਕਿੰਨੀਆਂ ਕਾਰਬਨਾਂ, ਕਿੰਨੀਆਂ ਹਾਈਡਰੋਜਨਾਂ ਅਤੇ ਕਿੰਨੀਆਂ ਆਕਸੀਜਨਾਂ ਹੋਣਗੀਆਂ। ਤੁਹਾਡੀ ਬੁੱਕ ਦੇ ਵਿੱਚ ਜਿਸ ਵੀ ਢੰਗ ਨਾਲ ਦਿੱਤਾ ਜਾਂ ਜਿੱਦਾਂ ਵੀ ਤੁਸੀਂ ਕਰਨਾ, ਬੇਸਿਕਲੀ ਆਪਾਂ ਆਹ ਕੰਮ ਕਰਦੇ ਹਾਂ, ਯੂਨਿਟਰੀ ਮੈਥਡ ਲਗਾਉਂਦੇ ਹਾਂ ਅਤੇ ਯੂਨਿਟਰੀ ਮੈਥਡ ਲਗਾ ਕੇ ਹੀ ਸਾਰੇ ਫਾਰਮੂਲੇ ਐਕਚੁਅਲੀ ਅਸੀਂ ਗੈਟ ਕਰਦੇ ਹਾਂ। ਜਿੱਦਾਂ ਆਹ ਵਾਲਾ ਫਾਰਮੂਲਾ ਆਪਾਂ ਪ੍ਰਾਪਤ ਕੀਤਾ ਕਿ ਜੇ ਪਰਸੈਂਟੇਜ ਵਿੱਚ ਪਤਾ ਸਾਨੂੰ ਕੋਈ ਗੱਲ, ਪਰਸੈਂਟੇਜ ਓਵਰ 100 ਇੰਟੂ ਟੋਟਲ ਹੁੰਦਾ ਵਾ ਜਿਹੜੀ ਵੀ ਚੀਜ਼ ਆ, ਜਾਂ ਫਿਰ ਕੀ ਹੁੰਦਾ ਹੈਗਾ ਆਪਣੇ ਕੋਲ 100 ਓਵਰ ਟੋਟਲ ਇੰਟੂ ਪਰਸੈਂਟੇਜ। ਸੋ ਆਹ ਦੋ ਫਾਰਮੂਲੇ ਆਪਾਂ ਦੇਖੇ ਬੇਸਿਕਲੀ। ਸੋ ਇਹੀ ਫਾਰਮੂਲੇ ਤੁਸੀਂ ਯੂਜ਼ ਕਰਦੇ ਹੋ ਜਦੋਂ ਇਹ ਸਾਰਾ ਕੁਛ ਹਿਸਾਬ ਕਿਤਾਬ ਲਗਾਉਂਦੇ ਹੋ। ਸੋ ਪਰਸੈਂਟੇਜ ਓਵਰ 100 ਇੰਟੂ ਟੋਟਲ ਓਵਰ 100, ਜਾਂ ਦੂਸਰਾ ਫਾਰਮੂਲਾ 100 ਓਵਰ ਟੋਟਲ ਇੰਟੂ ਪਰਸੈਂਟੇਜ। ਜਿਹੜਾ ਪਿੱਛੇ ਆਪਾਂ ਯੂਜ਼ ਕੀਤਾ ਜਦੋਂ ਸਾਨੂੰ ਜਿਹੜਾ ਪਰਸੈਂਟੇਜ ਵਿੱਚ ਪਤਾ ਹੋਣ ਉਦੋਂ ਅਸੀਂ 100 ਓਵਰ ਟੋਟਲ ਇੰਟੂ ਪਰਸੈਂਟੇਜ ਕਰਦੇ ਹਾਂ। ਜਦੋਂ ਸਾਨੂੰ ਪਰਸੈਂਟੇਜ ਪਾਰਟ ਪਤਾ, ਜਿੱਦਾਂ ਐਮਪੀਰੀਕਲ ਵਾਲੇ 'ਚ ਪਰਸੈਂਟੇਜ ਪਾਰਟ ਪਤਾ ਸੀ ਇੱਥੇ ਸਾਨੂੰ, ਤਾਂ ਇੱਥੇ ਅਸੀਂ ਇਹ ਫਾਰਮੂਲਾ ਜਿਹੜਾ ਹੈਗਾ ਮੀਨਜ਼ ਆਹ ਜਿਹੜਾ ਫਾਰਮੂਲਾ ਆਪਣਾ ਬਣਾਇਆ, ਸੋ ਆਹ ਵਾਲਾ ਫਾਰਮੂਲਾ। ਸੋ ਇਹ ਕੀ ਬਣਿਆ, ਇਹ ਆਪਣੇ ਕੋਲ ਪਰਸੈਂਟੇਜ ਪਾਰਟ ਓਵਰ 100 ਇੰਟੂ ਟੋਟਲ ਬਣਿਆ। ਸੋ ਇੱਥੇ ਆਹ ਵਾਲਾ ਫਾਰਮੂਲਾ, ਐਂਡ 'ਤੇ ਅਸੀਂ ਆਹ ਫਾਰਮੂਲਾ ਹੀ ਯਾਦ ਕਰਕੇ ਬਾਕੀ ਸਾਰੀ ਗੱਲ ਭੁੱਲ ਜਾਂਦੇ ਹਾਂ। ਸੋ ਇਹ ਫਾਰਮੂਲਾ ਅਸੀਂ ਜਦੋਂ ਬਣਾ ਲੈਂਦੇ ਹਾਂ, ਫਿਰ ਅਸੀਂ ਇਹ ਫਾਰਮੂਲੇ ਜਦੋਂ ਅਸੀਂ ਬੇਸਿਕਲੀ ਇਸ ਗੱਲ ਨੂੰ ਸਮਝਣ ਲਈ ਸਾਰੀ ਜਿਹੜੇ ਨੂਮੈਰੀਕਲ ਆ ਜੋ ਯੂਨਿਟਰੀ ਮੈਥਡ ਨਾਲ ਇੱਕ ਵਾਰੀ ਕਰ ਲਈਏ, ਤਾਂ ਉਸ ਤੋਂ ਬਾਅਦ ਫਾਰਮੂਲੇ ਜਿਹੜੇ ਆ ਉਹ ਤਾਂ ਆਹ ਬਣ ਜਾਣਗੇ ਤੁਹਾਡੇ ਯੂਨਿਟਰੀ ਮੈਥਡ ਕਰਦੇ ਫਾਰਮੂਲੇ ਪੈਦਾ ਹੋ ਜਾਣਗੇ, ਤੁਹਾਨੂੰ ਇਹ ਪਤਾ ਲੱਗ ਜੂ ਇੱਦਾਂ ਫਾਰਮੂਲਾ ਬਣਿਆ। ਸੋ ਉਸ ਤੋਂ ਫਿਰ ਤੁਹਾਡੇ ਦਿਮਾਗ 'ਚ ਜਿਹੜਾ ਮੈਥੇਮੈਟਿਕਸ ਅਤੇ ਨੂਮੈਰੀਕਲ ਦਾ ਡਰ ਆ ਉਹ ਨਿਕਲ ਜਾਊਗਾ, ਕਿਉਂਕਿ ਯਾਦ ਰੱਖਣ ਦੀ ਬਜਾਏ ਉਹ ਚੀਜ਼ ਕੀਤੀ ਕਿੱਦਾਂ ਅਤੇ ਹੋਈ ਕਿੱਦਾਂ ਉਹ ਸਾਨੂੰ ਸਮਝ ਲੱਗ ਗਈ। ਸੋ ਉਹ ਜ਼ਿਆਦਾ ਜ਼ਰੂਰੀ ਹੈਗੀ ਆ। ਥੈਂਕ ਯੂ।